अस्सलाम वालेकुम की हाल चाल है मेरे वीरों ठीक ठाक हो ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਪਿੰਡੂ ਗੱਪਸ਼ਪ ਤੇ ਸਭ ਤੋਂ ਪਹਿਲੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਦੋਸਤਾਂ ਨੂੰ ਈਦ ਮੁਬਾਰਕ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਖੁਸ਼ੀ ਦਾ ਦਿਨ ਹੈ ਜ਼ਿਆਦਾ ਖੁਸ਼ੀਆਂ ਹੋਣ ਸਾਨੂੰ ਆਪਣੇ ਭਰਾਵਾਂ ਨਾਲ ਆਪਣੇ ਘਰਦਿਆਂ ਨਾਲ ਆਪਣੇ ਦੋਸਤਾਂ ਨਾਲ ਇੰਜੋਏ ਕਰੋ ਮਸਤੀ ਕਰੋ ਅੱਜ ਬੜਾ ਇੱਕ ਸਾਡੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਮਾਹ ਰਮਜ਼ਾਨ ਸਾਡਾ ਬੜਾ ਅੱਛਾ ਗੁਜ਼ਰਿਆ ਹੈ ਤੇ ਇਸ ਦੇ ਨਾਲ ਅੱਜ ਦੀ ਇਹ ਵੀਡੀਓ ਬੜੀ ਧਮਾਕੇਦਾਰ ਵੀਡੀਓ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਇੱਕ ਜਗ੍ਹਾ ਤੇ ਛਾਪਾ ਮਾਰਾਂਗੇ ਉਦੋਂ ਨੂੰ ਉੱਥੇ ਜਾ ਕੇ ਦੱਸਾਂਗੇ ਜਿੱਥੇ ਅਸੀਂ ਛਾਪਾ ਮਾਰਾਂਗੇ ਤੇ ਫਿਲਹਾਲ ਅਸੀਂ ਈਦ ਮੁਬਾਰਕ ਤੁਹਾਨੂੰ ਕਹਿਣੀ ਸੀ ਤੇ ਹੁਣ ਅਸੀਂ ਤਿਆਰੀ ਕਰਨੀ ਹੈ ਕਿਉਂਕਿ ਸਾਡੀ ਈਦ ਦਾ ਟਾਈਮ ਹੈ 9 ਵਜੇ ਤੇ ਤਕਰੀਬਨ 8:15 ਹੋ ਗਏ ਨੇ ਅਸੀਂ ਹੁਣ ਫਰੈਸ਼ ਹੋ ਕੇ ਤਿਆਰ ਹੋ ਕੇ ਈਦ ਪੜਾਂਗੇ ਈਦ ਪੜ੍ਹ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਨਾ ਮੇਰੇ ਵੀਰ ਸਾਡੇ ਵੀਰ ਨਾਲ ਜੁੜੇ ਰਹਿਣਗੇ ਤੇ ਸਾਡੇ ਚੈਨਲ ਪਿੰਡੂ ਗੱਪਸ਼ਪ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਬੜਾ ਪਿਆਰਾ ਸਾ ਕਮੈਂਟ ਕਰਨਾ ਹੈ ਹੋ ਸਕੇ ਤੇ ਸ਼ੇਅਰ ਵੀ ਕਰਨਾ ਹੈ ਤਾਂ ਕਿ ਹੋਰ ਵੀ ਮਜ਼ੀਦ ਸਾਡੇ ਦੋਸਤ ਸਾਡੇ ਨਾਲ ਜੁੜੇ ਰਹਿਣ ਇਸ ਵੀਡੀਓ ਨਾਲ ਜੁੜੇ ਰਹਿਣ ਅਸੀਂ ਫਰੈਸ਼ ਹੋ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਤੇ ਫਿਰ ਅਸੀਂ ਆਪਣੀ ਦਿਨ ਦੀ ਰੂਟੀਨ ਦੇ ਮੁਤਾਬਕ ਜੋ ਅਸੀਂ ਕਰਨੇ ਆ ਚਲੋ ਅੱਗੇ ਪਿੱਛੇ ਤੇ ਅਸੀਂ ਆਪਣੇ ਕੰਮ ਕਾਰੋਬਾਰ ਕਰਨੇ ਆ ਲੇਕਿਨ ਈਦ ਦੇ ਦੌਰਾਨ ਜੋ ਅਸੀਂ ਅੱਜ ਕਰਾਂਗੇ ਉਹ ਤੁਹਾਨੂੰ ਸਭ ਦਿਖਾਵਾਂਗੇ ਅਸੀਂ ਪੂਰੀ ਡਿਟੇਲ ਨਾਲ ਵਿਖਾਵਾਂਗੇ ਲੇਕਿਨ ਵੀਡੀਓ ਹੋ ਸਕਦਾ ਥੋੜੀ ਲੰਬੀ ਹੋ ਸਕੇ ਲੇਕਿਨ ਤੁਸੀਂ ਵੀਡੀਓ ਦੇ ਨਾਲ ਜੁੜਿਆ ਰਹਿਣਾ ਤਾਂ ਕਿ ਤੁਹਾਨੂੰ ਹਰ ਚੀਜ਼ ਹਰ ਪੁਆਇੰਟ ਮਿਲਦਾ ਰਹੇ ਈਦ ਉਲ ਫਿਤਰ ਦੀ ਨਮਾਜ਼ ਤੋਂ ਬਾਅਦ ਫਿਰ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ ਤਬ ਤੱਕ ਅੱਲਾ ਹਾਫਿਜ਼ जी तो फाइनली ਅਸੀਂ ਤਿਆਰ ਹੋ ਗਏ ਹਾਂ ਈਦ ਦੀ ਨਮਾਜ਼ ਪੜ੍ਹਨ ਵਾਸਤੇ ਤੇ ਹੁਣ ਅਸੀਂ ਈਦ ਦੀ ਨਮਾਜ਼ ਪੜ੍ਹਨ ਜਾ ਰਹੇ ਹਾਂ ਤੇ ਇਨਸ਼ਾਅੱਲਾ ਅਸੀਂ ਈਦ ਦੀ ਨਮਾਜ਼ ਪੜ੍ਹ ਕੇ ਫਿਰ ਤੁਹਾਡੇ ਨਾਲ ਗੱਪਸ਼ਪ ਕਰਾਂਗੇ ਤੇ ਜਨਾਬ ਅਸੀਂ ਹੁਣ ਫੁੱਲ ਰੈਡੀ ਹੋ ਉਹ ਇੱਕ ਚੀਜ਼ ਰਹਿ ਗਈ ਜਨਾਬ ਤੇ ਉਹ ਚੀਜ਼ ਜਨਾਬ ਹੈ ਵੀ ਕਿ ਜਦੋਂ ਵੀ ਜੁਮਾ ਪੜ੍ਹਨ ਜਾਓ ਮਸਜਿਦ ਵਿੱਚ ਜਾਓ ਈਦ ਪੜ੍ਹਨ ਜਾਓ ਤੁਸੀਂ ਖੁਸ਼ਬੂ ਲਾਜ਼ਮੀ ਲਗਾ ਕੇ ਜਾਇਆ ਕਰੋ ਕਿਉਂਕਿ ਸਾਡੇ ਹਜ਼ੂਰ ਪਾਕ ਦੀ ਸੁन्नत ਹੈ ਇਹ ਲਾਣੀ ਚਾਹੀਦੀ ਹੈ ਕਿ ਅਸੀਂ ਲਿਹਾਜ਼ਾ ਖੁਸ਼ਬੂ ਲਾ ਕੇ ਬਾਕੀ ਫਿਰ ਬਾਹਰ ਦਾ ਮਾਹੌਲ ਦੇਖ ਕੇ ਬਾਹਰ ਕੀ ਹੋ ਰਿਹਾ ਅੱਜ ਕੀ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਕਿਵੇਂ ਦਾ ਦਿਨ ਹੈ ਜਨਾਬ ਅਸੀਂ ਖੁਸ਼ਬੂ ਲਾ ਕੇ ਜਨਾਬ ਜਾ ਰਹੇ ਹਾਂ ਲੇਟ ਹੋ ਗਏ ਹਾਂ ਕਾਰੀ ਸਾਹਿਬ ਬੈਠ ਗਏ ਨੇ ਖੁਤਬਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ ਅਸੀਂ ਹੁਣ ਜਾ ਰਹੇ ਹਾਂ ਜਨਾਬ का टाइम साढ़े को थोड़ा बाकी असी फिर बाद जो भी गलबात करने तुहाडे नाल इंशाअल्लाह करांगे जरूर जी जनाब फैमिली से बाहर आ गए तुम देख रहे हो कि बच्चे जनाब जा रहे हैं अस्सलाम वालेकुम किधर जा रहे हो हैं किधर जा रहे हो मस्जिद की करें अस्सलाम वालेकुम ठीक ईद मुबारक जा रहे हो मस्जिद फाइनली आज लेट हो गए मस्जिद देखो साढ़े भाई बिल्कुल तैयार ने मस्जिद जा रहे हैं ईद पढ़ने वास्ते सारे आज यही दिन का इंतजार होंगे कि मस्जिद चलिए इन्ना पता नहीं मस्जिद जाना कोई ना दुकान खोल के बैठे ने देखो अपने की पता नहीं आलू छोले आलू चने की तैयार कर रहे हैं हाँ जी उधर खुतबा शुरू हो गया तुसी इत्थे खोली हुई है दुकान हाँ जी जल्दी करो बंद करो आज नमाज पढ़ने चलिए ईद दी नमाज मिस हो गई तो साल बाद होनी होंगी है पता नहीं जिंदगी होवे या ना होवे जिंदगी चावे या ना होवे जल्दी करो आज अल्लाह की तरफ आओ अल्लाह दोनों अताए अजीम दे देगा प्यारे अकल मोहम्मद अंबिया सल्लल्लाहु अलैहि वसल्लम ने फरमाया जब मेरा उम्मती ना तकबीरा कहना हुआ ईद गाह चाहता ना ईद गाह चाहता ईद की नमाज पढ़ने वास्ते आता है ईद मुबारक खैर मुबारक जनाब जनाब आज ईद का मौका जनाब ईद मुबारक ईद मुबारक अस्सलाम वालेकुम बाबा जी ईद मुबारक अस्सलाम वालेकुम ईद मुबारक हैंडशेक करो ईद मुबारक क्या हाल चाल है मेरे बेटे के ओए ओए क्या कर रहा है नूर बेटा क्या कर रहे हैं हसन साहब ईद मुबारक खैर मुबारक क्या हाल चाल है ठीक हो असा ईद पढ़ लीए तो जनाब हुण क्या खा रही हो मुझे भी दो ओए मुझे भी दो
शाबाश। खा लूँ मैं? ये क्या है? ये किसने दिया? और लाइला सुनाओ। लाइला किसान, ये सबसे मारा पारा बेटा है, सबसे पारा बेटा लाइला सुनाओ। ओ ये देखो क्या आ गया, चावल। नूर ने चावल खाने हैं, चावल खाने हैं। चल वैसे क्या है ना, वैसे क्या है ना। नहीं माशाल्लाह चावल आ गए ना। क्या कर रहे हो? आनो बिल्ले क्या कर रहे हैं? हैं? नूर लाइला पढ़ाओ आप ही को, हैं? लाइला पढ़ाओ आप ही को, लाइला पढ़ो। ईद मुबारक। ये किसने दी है? हैं? ये किसने दी है? ओए आप ही को दो, दे दो आप ही को, दे दो। नहीं वो पाई रख नूर पाई रख। ठीक से डालो। अस्सलाम वालेकुम, क्या हाल है? ठीक हो? क्या कर रहे हो? झूले ले रहे हो? अच्छा, ये साइकिल किसने लेके दी है? किसने लेके दी है? फूफा ने लेके दी है। अच्छा, देख लो बच्चे कितने खुश अपनी मर्जी नाल खेल कूद रहे ने। ते बड़ा प्यारा अज दा दिन है। गर्मी भी काफ़ी घट हो गई है ते उस दे नाल पहले बहुत ज़्यादा शदीद गर्मी होंदी सी काफ़ी दिन तो लैके, लेकिन अज सुबह सुबह एक बार सूरज निकले फिर थोड़ा मट्ठा हो गया। ते अज ईद दा दिन है, बड़ा खुशी दा दिन है। ते मेरे दोस्त नाल बाहर निकले ने ते असी थोड़े बहुत तुहाडे नाल गलबात करांगे। ते बाकी बस दुनिया दे काम ते नहीं मुकदे, ये मरे ही काम मुकदे ने दुनिया दे। ते ईद दा मौका है, हर किसी नाल खुशी नाल बोलना चाहिए। कोई भी बंदा नाराज़ है और नाराज़गी साइड ते रख के उहदे नाल खुशी दा इख्तियार करनी चाहिए, क्योंकि नाराज़ बंदा जिहड़ा 3 दिन दे उत्ते नाराज़गी भी अल्लाह कहंदा कि नहीं रखनी चाहिए, क्योंकि फिर बख्शिश दा वसीला नहीं हुंदा। 3 दिन तो पहले पहले राज़ी होना चाहिए। तो मेरे नाल दोस्त ने जनाब, बड़े प्यारे दोस्त ने, ये भी परदेस ही काम करते हैं लेकिन हुण घर आए ने। ईद दा दिन है तो बड़ा प्यारा दिन है। इन्हां नाल गलबात करने आ कि परदेस से तुहानूं की सहूलतां मिलदियां ने या की मुश्किलात हुंदी। अस्सलाम वालेकुम। अस्सलाम वालेकुम। क्या हाल है जनाब? ठीक ठाक हो? और जानी साहब बस करम कदों आए हो काम तो? बस 4 रात को। अच्छा, और साहब बस काम शाम ठीक जा रहा है? करम मैं करम। परदेस च खुश हो या की तुहानूं परदेस च मुश्किलात? इंसान की आधी मौत है। अच्छा, बिल्कुल ठीक है, परदेस एक ऐसी चीज़ है, ठीक है। ना तो आप खुश हो सकते हैं ना आप गमगीन हो सकते हैं। अच्छा, परदेश आपको जिंदा रहते हुए मार देता है। ओह अच्छा अच्छा, परदेस ऐसी जेड़ी गंदी चीज़ ही समझ लो। बहुत गंदी चीज़, दुनिया की सबसे घटिया तरीन चीज़ परदेस है। ठीक है, चलो परदेस मज़ारी गल है, अपनी ज़रूरत वास्ते बंदा जाता है, अपने पेट वास्ते जाता है। ते मजबूरियां भी होंदियां ने, बाकी जो दाना पानी जिथे लिखे है उत्थे जाने ही जाने। बंदा खुद ना जाए तो लेकिन वो जो किस्मत उत्ते लिखी वो खींच के भी लै जांदी। हाँ जी, ते बाकी मुड़ रब डाढ़ा है, जो चाहे वो करवा सकता है। हाँ जी,
ਬਾਕੀ ਜ਼ਿੰਦਗੀ ਦੇ ਨਾਲ ਨਾਲ ਤੇ ਕੰਮ ਨਹੀਂ ਨਾ ਮੁੱਕਦੇ ਇਸੇ ਤਰ੍ਹਾਂ ਹੀ ਹੈ। ਤੇ ਬਾਕੀ ਇਹ ਮਰੀਆਂ ਹੀ ਮੁੱਕਦੇ ਨੇ। ਬਾਕੀ ਅੱਲਾ ਖੈਰ ਕਰੇ। ਤੇ ਸਾਡਾ ਪਿੰਡ ਹੈ ਜਨਾਬ, ਤੁਸੀਂ ਵੇਖ ਰਹੇ ਹੋ ਹਰ ਸਾਈਡ ਤੇ ਸਬਜ਼ਾ ਹੀ ਸਬਜ਼ਾ ਹੈ, ਬੜਾ ਪਿਆਰਾ ਮਾਹੌਲ ਹੈ। ਇਸੇ ਤਰ੍ਹਾਂ ਹੀ ਇਹ ਜਨਾਬ ਹੈ ਤੇ ਸਾਡੀ ਗਰਾਊਂਡ ਹੈ, ਵਾਲੀਬਾਲ ਜਿਹਨੂੰ ਕਹਿੰਦੇ ਨੇ। ਇੱਥੇ ਬੱਚੇ ਖੇਲਣ ਆਉਂਦੇ ਨੇ, ਬੜਾ ਪਿਆਰਾ ਮਾਹੌਲ ਹੁੰਦਾ ਹੈ। ਸ਼ਾਇਦ ਅੱਜ ਸੈਕਿੰਡ ਟਾਈਮ ਆਉਣ, ਕਿਉਂਕਿ ईद का दिन ने सारे फिलहाल तो मसरूफ ने अपनी खुशियां, लेकिन खास करके ईद के दिन तो लोग जोड़े ने बच्चे मैच रखते हैं दूसरे मुखालफ टीमां नाल, तो वो अज इंशाअल्लाह बच्चे आएंगे, अजे सैकेंड टाइम आएंगे असर टाइम। जी जनाब, तो तुसीं वेखिया होना कि शहर दे विच बड़ियां VIP दुकानां होंदियां ने, खास करके आम रूटीन च भी बड़ियां प्यारियां गोल गप्पे, दही बल्ले या फ्रूट चाट, क्रीम चाट, ते अज बड़ियां VIP दुकानां होंदियां ने कि शीशे लगे हुए ने, पर्दे लगे हुए ने, VIP टेबल लगे सैट हुए ने। लेकिन अज असीं तुहानूं पिंड दी एक चीज़ विखाने, पिंड दी दुकान विखाने कि पिंड च बच्चे किस तरह अपना वो मौज मस्ती करते हैं, खाते पीते हैं, तो वो तुहाडे नाल शेयर करने आ। यह देखो तुसीं, यह साडी जनाब पिंड दी दुकान है, दही बल्ले लाए ने मुंडे ने, बच्चे बड़े खुश हो के खा पी रहे हैं। यह जनाब साडे दुकानदार साहब ने, यह जनाब देखो साडे जनाब कैशियर साहब, दुकानदार साहब, सेलमैन साहब सारे ने इन्होंने पीछे अपनी दुकान ही समझ लो सारी। जैनी साहब ने साढ़े सारे बच्चे इंजॉय कर रहे हैं, खा पी रहे हैं। देखो ना साढ़े बड़े बड़े बच्चे भी खा रहे हैं। हालांकि ये निज़ाम सारा बच्चों की है, असी बड़े शौक नाल शहर जा खाने, लेकिन सानू ये नहीं पता कुछ चीज़ ताज़ी मिल रही है या सानू एक्सपायर मिल रही है। लेकिन पुरानी चीज़ें हाँ जी ताज़ा हो जाती हैं, ताज़ा हो जाती है। बंदा जब देखते हैं ना ये चीज़ें पुरानी, तो फिर अपने बचपन में चला जाता है। तो यह तो सानू बिल्कुल असी ताज़ा चीज़ इस्तेमाल करने, फ्रैश चीज़ इस्तेमाल करने, लेकिन शहर का सानू नहीं पता होंगे फ्रैश है या पुरानी है या किवें दी है। जैसा सानू खाने का बड़ा मज़ा आता है। कैसी लगी जनाब, तुसां टेस्ट किया साडा? बहुत अच्छा, मतलब हमें तो बहुत पसंद आया। मतलब ये फ्रेश चीज़ें होती है, मतलब इंसान का पेट वगैरह ये इस चीज़ों से ना, हम लोग शहर में चीज़ें खाते हैं, हम लोग दूसरे दिन बीमार हो जाते हैं। वो होटलों का खाना हमें मतलब समाता भी नहीं, इधर बासी ताज़ा चीज़ें होती है, तो ये इसलिए हमें मतलब वो है मुश्किलात का सामना करना पड़ता, तो अच्छी लगती है हमें गाँव में आते हुए। मतलब खाते हैं हम लोग, मज़ा आता है। मतलब हम लोग ईद के दिन एंजॉय कर रहे हैं बच्चों के साथ, माशाल्लाह खाए भी हैं, टेस्ट भी किया, बहुत अच्छा है माशाल्लाह। और यासर साहब भी आए हैं माशाल्लाह, इनको भी हम लोग टेस्ट करवाते हैं। और इन्हें हम मतलब ये जानी साहब भी आए हैं, दिल की ताकत से यासर साहब का वेलकम करते हैं। वो हमारे हमें उन्होंने अपना कीमती वक्त दिया, उनसे मिलकर हमें बहुत खुशी हुई, बहुत कुछ सीखने को मिला। इंशाल्लाह दुआएं जानी आपकी, इंशाल्लाह जिंदगी रही तो फिर मिलते रहेंगे इंशाल्लाह जी इंशाल्लाह। बाकी टेस्ट तुसां कीता कैसा लगा है? साडे दही बल्ले देखिए ऑलरेडी दिलावर साहब बता चुके हैं इस बात को कि ये जो गांव में होते हैं ना, ये ईद पे फंक्शन वगैरह इस तरह के, ये घर पे जो बनाते हैं तो फ्रेश चीज़ें यूज़ होती हैं। शहर में आप जाएंगे तो पुरानी बेसिक चीज़ें पड़ी होती हैं, इसलिए वो मज़ा नहीं आता जो फ्रेश चीज़ का आता है। बिल्कुल इस तरह इससे फ्रेश चीज़ से ना तो आपका पेट ख़राब होता है, आपकी सेहत पे नेगेटिव इशू नहीं पड़ते। बाकी टेस्ट वगैरह अच्छा है, पर वो टेस्ट नहीं होता जो शहर का है, लेकिन वो मिर्ची मसाले ज़्यादा डालते हैं। ये बात है। तो अपनी मतलब राय के लिए हम लोग जितना दिल मसाला डाल सकते हैं अपनी चॉइस के लिए, हर चीज़ लहदा बनी होती है, उतनी उतनी चीज़ डालो, मतलब अपने मतलब टेस्ट वगैरह बनाओ। ये हमारा, हम लोग ये गांव में आए हुए हैं, ईद के मौके पे एंजॉय कर रहे हैं अभी बच्चों के साथ, माशाल्लाह मज़ा भी आ रहा है। यासर साहब ने भी हमें टाइम दिया है और इनके लिए मतलब थैंक यू, हमें थोड़ा सा टाइम दिया है। बाकी अल्लाह पाक इनको सेहत तंदुरुस्ती दे और कामयाब करे मज़ीद। मेहरबानी जनाब दिलावर साहब, जानी साहब मेहरबानी, इजाज़त है जी भाई, फिर मुलाकात होगी इंशाल्लाह। जी जनाब, तुसां वेखिया कि पिंड दा माहौल, बाकी तुहानूं होर इस दे नाल तुहानूं नवीं नवीं वीडियो विखावांगे। पहले भी तुहानूं दस्सिया कि अज दी वीडियो धमाकेदार वीडियो होने वाली है। एक जगह ते असीं जरूर छापा मारांगे, लेकिन वो थोड़ा सानूं टाइम लग रहा क्योंकि साडी गड्डी दा टायर पैंचर हो गया, पैंचर लवाउण वास्ते भेजी। उस तो बाद असीं तुहाडे नाल जरूर गलबात करांगे, जावांगे उत्थे जरूर नवीं चीज़ तुहाडे नाल शेयर करांगे। ते जनाब आओ वो शख्सियत वेखने असीं ते नाले इंजॉय करने, नाले मौज मस्ती करने, नाले ईद दी खुशी का दिन असीं मनाने।
ਤੇ ਨਾਲੇ ਤੁਸੀਂ ਵੀ ਆਪਣੇ ਅਜ਼ੀਜ਼ੋ ਅਕਾਰਬ ਨਾਲ ਖੁਸ਼ੀਆਂ ਮਨਾਓ। ਈਦ ਦਾ ਦਿਨ ਹੈ, ਬੜਾ ਖੁਸ਼ੀ ਦਾ ਦਿਨ ਹੈ। ਕਿਸੇ ਨਾਲ ਵੀ ਯਾਰ ਕੋਈ ਵੀ ਰੰਜਿਸ਼ ਹੈ, ਕੋਈ ਵੀ ਨਾਰਾਜ਼ਗੀ ਹੈ, ख़त्म ਕਰਕੇ ਯਾਰ ਇਸ ਈਦ ਦੇ ਦਿਨ ਵਾਸਤੇ, ਇਸ ਖੁਸ਼ੀ ਦੇ ਦਿਨ ਵਾਸਤੇ ਸਭ ਖੁਸ਼ੀਆਂ ਇਕੱਠੀਆਂ ਕਰੋ। ਸਾਰਿਆਂ ਨੂੰ ਜਨਾਬ ਇਕੱਠਿਆਂ ਕਰੋ, ਮौज ਮਸਤੀ ਕਰੋ, ਸਾਰੀਆਂ ਖੁਸ਼ੀਆਂ ਇਕੱਠੀਆਂ ਕਰਕੇ ਖੁਸ਼ੀਆਂ ਮਨਾਓ। ਯਾਰ ਖੁਸ਼ੀਆਂ ਮਨਾਉਣਾ ਵੀ ਬੜੀ ਅੱਛੀ ਗੱਲ ਹੈ, ਸਵਾਬ ਵੀ ਸਮਝ ਲਓ, ਕਿਉਂਕਿ ਬੰਦਾ ਕਿਸੇ ਨਾਲ ਖੁਸ਼ ਰਵੇ ਤੇ ਅੱਲਾ ਵੀ ਖੁਸ਼ ਰਹਿੰਦਾ ਹੈ। ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਤੇ ਜਨਾਬ ਆਓ ਅੱਜ ਦੀ ਵੀਡੀਓ ਅਸੀਂ ਦਾ ਸਾਡਾ ਐਂਡ ਕਿਹੜਾ ਹੈ, ਅਸੀਂ ਉਹ ਐਂਡ ਅੱਜ ਕਰਨੇ ਆ। जी जनाब फाइनली असी पहुँच गए हैं तो बिल्कुल धमाकेदार वीडियो फुटने वाली है। इंतजार दी घड़ियां खत्म। अस्सलाम वालेकुम, क्या हाल चाल? ईद चंगी हो गई। हाँ जी ठीक ठाक, तुसी सुनाओ उस्ताद जी ठीक ठाक हो? प्रोग्राम दा टाइम ही कोई नहीं बनाया। ईद दा कोई प्रोग्राम आवे, कोई गल्लां बातां होण। इंशाल्लाह होणगियां, बस ईद पढ़दे छड़दे थोड़ी लेट हो गई, हुण असीं ईद पढ़ के ते वापस आ गए हैं। चलो जनाब तुहाडे नाल गपशप करांगे इंशाल्लाह जरूर। होर सुनाओ सेहत तबीयत कैसी? बिल्कुल अल्लाह दा बड़ा शुक्र है, ठीक ठाक है, दुआवां ने। और ईद कैसी गुजरी? ईद बड़ी सोहनी यासर ईद होंदी है जेड़ा सारे रोजे रखे। बिल्कुल बिल्कुल। मैं बड़ा अगे इंतजार करवाया है अपने वेखण वालियां नूं कि अज बड़ी साडी वीडियो धमाकेदार वीडियो होने वाली है ईद के हवाले नाल भी, क्योंकि अज ईद दा दिन है। ईद होंदी है जिन्ना सारे रोजे रखे ते शादी होंदी है जिंदे सिर ते मां बिल्कुल बिल्कुल। मैं अपने 50 साल उम्र दे विच तजर्बा कीता है जी जी कि शादी उस बंदे दी है जेड़ा मां प्यो पसंद करके आवे, जी जी उनकी शादी करे, उनकी बरात चाड़े, उन्हें ना पता होए भी मैनू किदे ले जांदे। ठीक है, अज नबी उनदी वास्ते होवे ओ शादी है। ठीक है जेड़ी वेखना है ना, या पसंद है या जाना है या उनदे नाल आप करना है, जी जी। ओ कोई गल बात नहीं, कोई शादी नहीं, निरी बर्बादी है। अच्छा जी हाँ ठीक है, मतलब जेड़ा जिन्नू कोई इलम ही नहीं मेरी शादी है या नहीं, उनदी शादी। उनदी शादी। वाह जी वाह, बड़ी गौर दी गल है। देखो ना हुण जेड़ा बैठा है उनदी तुसी फोटो बनाओ देना। हाँ जी ते उनदी फोटो सही आवेगी। बिल्कुल। रेडी हो? अच्छा मैं तेरी तस्वीर बनाऊंगा, ठीक है। वो घुटीवेगा, इंज करेगा, उनकी तस्वीर सही नहीं आवेगी। नहीं आवेगी, बिल्कुल। समझे? फिर इस वास्ते हुणे असी प्रोग्राम करने आ। हाँ जी फिलहाल सानू थोड़ा टाइम चाहिए क्योंकि अज ईद दा दिन है तो चलो कोई और भी मामलात विच हुंदे ने ते बाकी थोड़ा सारा असी वेट करने और तुहानू मजीद अज दी वीडियो बड़ी धमाकेदार ईद दे हवाले नाल होने वाली है। ते तुसां वेख लीए शख्सियत जिंदा इंतजार सी तुहानू ते सिर्फ चंद मिनट। अस्सलाम वालेकुम। वालेकुम सलाम जनाब, की हाल चाल उस्ताद जी, ठीक हो? ठीक ठाक, और सुनाओ? खुश हो? शुक्र अल्लाह पाक दा करम, तुसी सुनाओ? गावां बच्चे बुच्चे राजी ने? हाँ जी बड़ा करम है अल्लाह दा। ईद कैसी गुजरी आज? ईद दे हवाले नाल तुसी आज सानू दसो। ईद ते सही गुजरी है वैसे। ओ सियाने आंदे ने भाई जेड़ा सारे रोजे रखे ना, जी जी ईद होंदी। अच्छा जी हाँ माशाल्लाह। ते शादी होंदी है जिंदे सिर ते मां प्यो होवे, अच्छा या वो आप पसंद करके उनकी शादी करन। ठीक है ठीक है, शादी होंदी। अच्छा हाँ वाह जी वाह। दूजे बंदे दी शादी कोई नहीं, बाकी आया दी शादी कोई। जेड़ा बड़े आजकल देख रहे हो तुझे कि बड़ी पसंद दी शादी हो रही है। हाँ जी ਉਹ ਕੁੜੀ ਮੁੰਡਾ ਰਾਜ਼ੀ ਤੇ ਕੀ ਕਰੇ ਦਾ ਕਾਜ਼ੀ। की करे दा काजी। ਜਦੋਂ ਉਹਨਾਂ ਸਾਰਾ ਕੁਝ ਆਪ ਹੀ ਕਰ ਲੈਣੇ ਤੇ ਮਾਂ ਪਿਓ ਦਾ ਪਿੱਛੇ ਕੀ ਰਹਿ ਗਿਆ। देखो जी वो कुड़ी मुंडा उसले महीने तक राजी रहंदे ने, उस तो पीछे वो कुड़ी मुंडा नहीं राजी रहंदे। ਉਹ ਅੱਛਾ ਜੀ, ਮੁੰਡੇ ਦਾ ਵੀ ਜੋਸ਼ ਨਿਕਲ ਜਾਂਦਾ ਤੇ ਕੁੜੀ ਵੀ ਮੁੜ ਧਿਆਨ ਕਰਦੀ ਹੈ ਮੈਂ ਉੱਥੇ ਹੀ ਚੰਗੀ ਸਾਂ। ਚੰਗੀ ਸਾਂ ਬਿਲਕੁਲ। ਸਮਝਦੇ ਪਏ ਹੋ ਨਾ? ਜੀ ਜੀ ਇਸ ਵਾਸਤੇ ਜਿਹੜਾ ਮਾਂ ਪਿਓ ਕਿਸਮਤ ਕੁੜੀ ਰੋਕਣ ਜੋ ਨਿਗਲਣੀ ਹੁੰਦੀ ਹੈ ਨਾ, ਹਾਂਜੀ ਉਹ ਜੋ ਮਾਂ ਪਿਓ ਪਸੰਦ ਕੀਤਾ ਹੁੰਦਾ ਹੈ ਨਾ, ਜੀ ਹਾਂ ਉਹ ਪੁੱਤਰ ਦੇ ਆਵਾਜ਼ ਕਾਇਮ ਨਹੀਂ ਹੁੰਦੇ ਉਸਲੇ। ਠੀਕ। ਇਸ ਵਾਸਤੇ ਆਂਦੇ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਹੈ। ਹਾਂਜੀ ਹਾਂਜੀ ਬਿਲਕੁਲ। ਯਾਨੀ ਕਿ ਸਬਰ ਕਰੋਗੇ ਆਰਾਮ ਨਾਲ ਇੱਕ ਦਿਨ ਤੁਹਾਡੀ ਸ਼ਾਦੀ ਹੋ ਜਾਣੀ ਹੈ। ਤੁਸੀਂ ਬਿਲਕੁਲ। ਨਾ ਕਾਲੇ ਪਵੋ ਤੇ ਮਾਂ ਪਿਓ ਜਿੱਥੇ ਪਸੰਦ ਕਰੇਗਾ ਉਹਨੂੰ ਪਤਾ ਹੁੰਦਾ ਹੈ ਕਿ ਇਹ ਖਾਨਦਾਨ ਕਿਵੇਂ ਦਾ ਹੈ, ਇਹ ਖਾਨਦਾਨ ਕੰਜੂਸ ਹੈ, ਇਹ ਖਾਨਦਾਨ ਜਿਹੜਾ ਹੈ ਇਹ ਮਤਲਬ ਇਸ ਕਿਸਮ ਨੂੰ ਅੱਗੇ ਇਹ ਜਿਹੜਾ ਹੈ ਇਹ ਖਾਨਦਾਨ ਜ਼ਿਆਦਾ ਕਰੀਮਾਂ ਪਾਊਡਰਾਂ ਤੋਂ ਕੰਮ ਲੈਂਦਾ ਹੈ। ਹਰ ਥਾਂ ਤੇ ਹਰ ਘਰ ਦੇ ਵਿੱਚ ਹਰ ਖਾਨਦਾਨ ਵਿੱਚ ਆਪੋ ਆਪਣੀ ਪਛਾਣ ਹੁੰਦੀ। ਠੀਕ ਸਮਝਦੇ ਪਏ? ਜੀ ਜੀ ਹੁਣ ਬੱਚੇ ਦੇ ਜਿਹੜੇ ਨੇ ਉਹ ਜ਼ਿਆਦਾ ਜਿਹਦੇ ਤੇਜ਼ੀ ਹੈ ਨਾ ਉਹਦੇ ਰੁਝਾਨ ਕਰਦੇ ਨੇ, ਠੀਕ। ਭਾਵੇਂ ਉਹ ਸ਼ੋਧੇ ਹੋਣ ਚੰਗੇ ਹੋਣ ਮੰਦੇ ਹੋਣ, ਉਹਨਾਂ ਆਖਣਾ ਮੈਂ ਉਹ ਹੀ ਲੈਣੀ ਹੈ। ਭਾਵੇਂ ਉਹਦੇ ਚ ਨੁਕਸਾਨ ਹੋਵੇ। ਹਾਂ ਮੈਂ ਉਹ ਹੀ ਲੈਣੀ ਤੇ ਜਦੋਂ ਉਹ ਲੈ ਦੇਣੀ ਜੀ ਜੀ ਉਦੋਂ ਉਹਨਾਂ ਨੇ ਉਹ ਮੂੰਹ ਹੀ ਫੇਰ ਦੇਣਾ।
ਜਿਵੇਂ ਉਹ ਇੱਕ ਇੱਥੇ ਸੀ ਨਾ ਸਾਡੇ ਕੋਲ ਚੌਰੀ ਸੀ ਤੇ ਉਹਨੂੰ ਪੁੱਤਰ ਆਖੇ ਪਿਓ ਨੂੰ ਬਾਬਾ ਚੁੱਭਾ ਕੱਢ ਕਮਾਂਦ ਫੀਡਣਾ ਨਾ ਉਹਨਾਂ ਅੱਛਾ ਅੱਬਾ ਜੀ ਚੁੱਭਾ ਕੱਢੋ ਅੱਛਾ ਉਹ ਬੜਾ ਪਰੇਸ਼ਾਨ ਨੂੰ ਰੋਜ਼ ਟਾਈਮ ਹੀ ਨਾ ਲੱਗੇ ਇੱਦੇ ਕਣਕ ਵੱਲ ਜਾ ਉਹ ਕੰਮ ਕਰ ਉਸ ਇੱਕ ਦਿਨ ਨਾ ਜੀ ਜੀ ਔਖਿਆ ਸੌਖਿਆ ਹੋ ਕੇ ਚੁੱਭਾ ਕੱਢ ਦਿੱਤਾ ਠੀਕ ਹੈ ਉਸ ਮੁੜ ਪੁੱਤਰ ਨੂੰ ਆਖਿਆ ਵੀ ਲੈ ਹੁਣ ਬੂਥੀ ਦੇ ਉੱਤੇ ਨਹੀਂ ਚੁੱਭਾ ਨਿਕਲਿਆ ਵੀ ਯਾਨੀ ਕਿ ਹੁਣ ਪੀੜ ਕਮਾਨ ਤੇ ਅਗਾ ਗੁੜ ਬਣਾ ਹਾਂ ਲੱਗੇ ਤੈਨੂੰ ਸਮਝ ਹਾਂ ਜੀ ਇਸੇ ਤਰੀਕੇ ਨਾ ਇਹ ਜੋ ਬੰਦਾ ਹੈ ਵੇਖੋ ਨਾ ਤੁਸੀਂ ਲੜਾਈ ਹੁੰਦੀ ਹੈ ਤੇ ਇੱਕ ਬੜਾ ਕਾਲਾ ਪਾਉਂਦਾ ਹੈ ਹਾਂਜੀ ਹਾਂਜੀ ਉਹ ਮੈਨੂੰ ਛੱਡ ਦੇ ਵੀ ਉਹ ਤੁਸੀਂ ਛੱਡ ਦਿਓਗੇ ਨਾ ਜੀ ਤੇ ਉਹ ਜਾਂਦਿਆਂ ਜਿਸਲੇ ਉਹਨੇ ਕੰਨਾਂ ਦੇ ਮੋੜ ਛੁੱਟਦੀ ਹੈ ਨਾ ਤੇ ਸ਼ੂ ਹੁੰਦੀ ਹੈ ਆਹੋ ਮੁੜ ਆਂਦਾ ਆ ਜਾਓ ਸਵੇਰੇ ਲੜਾਂਗੇ ਆ ਬਾ ਬਿਲਕੁਲ ਹੁਣ ਆਇਆ ਜੂ ਇਹ ਹੁਣ ਹੀ ਲੜ ਲਾ ਲੜ ਲੈ ਇਹ ਗੱਲ ਹੈ ਤੇ ਉਹ ਜਿਵੇਂ ਉਹ ਸਾਡੇ ਕੋਲ ਸੀ ਨਾ ਆਪਣਾ ਵੱਡੇ ਪਿੰਡ ਦੇ ਵਿੱਚ ਇੱਕ ਨਾ ਚੌਧਰੀ ਸਮਝ ਲਿਓ ਵਾਵਾ ਖਾਨਦਾਨ ਅੱਛੇ ਬੰਦੇ ਸਨ ਜੀ ਜੀ ਤੇ ਉਹਦੇ ਪੁੱਤਰ ਨੇ ਨਾ ਉਹ ਕੰਜਰੀ ਕਰ ਲਈ ਅੱਛਾ ਹੈ ਠੀਕ ਹੈ ਤੇ ਉਸ ਉੱਤੇ ਸ਼ੇਖ ਨੂੰ ਆਖਿਆ ਢੋਲ ਵਾਲੇ ਨੂੰ ਹੂੰ ਉਹਦਾ ਕਿਹਾ ਵੀ ਪੁੱਤਰ ਨੇ ਕੰਜਰੀ ਕਰ ਲਈ ਹੈ ਤੇ ਮੈਂ ਅੱਜ ਤੋਂ ਅੱਗੇ ਮਰ ਗਿਆ ਠੀਕ ਹੈ ਤੂੰ ਢੋਲ ਕੋਠੇ ਦੇ ਉੱਤੇ ਚੜ ਕੇ ਮਾਰ ਛੱਡ ਅੱਛਾ ਉਹਨਾਂ ਨੂੰ ਆਖ ਮੈਂ ਲੱਖੂ ਮੰਝਦਾ ਅੱਜ ਮਰ ਗਿਆ ਓਏ ਓਏ ਵਜ੍ਹਾ ਇਹ ਸੀ ਕਿ ਉਹਨੇ ਪੁੱਤਰ ਕੰਜਰੀ ਕਰ ਲਈ ਉਹ ਉਹਦਾ ਕਿਹਾ ਵੀ ਉਸ ਕੰਜਰੀ ਕਰ ਲਈ ਤੂੰ ਆਖ ਮੈਂ ਮੂਸਾ ਮਰ ਗਿਆ ਮੂਸਾ ਹਾਂਜੀ ਠੀਕ ਹੈ ਕਿ ਮੇਰੇ ਆਖੇ ਨਹੀਂ ਲੱਗਾ ਜੀ ਉਸ ਤਰੀਕੇ ਮੁੜ ਬੱਚੇ ਨਾ ਖਲੋਣ ਤੇ ਉਹ ਔਲਾਦ ਜਿਹੜੀ ਆ ਉਹ ਕੀ ਮਾਂ ਪਿਓ ਕਰ ਸਕਦਾ ਹੈ ਨਾ ਜੀ ਨਾ ਕੁਝ ਲੇਕਿਨ ਅਸਾਂ 50 ਸਾਲ ਦੀ ਉਮਰ ਦੇ ਵਿੱਚ ਇਹ ਸਾਡਾ ਆਪਣਾ ਤਜਰਬਾ ਹੈ ਜੀ। ਆਪਣੇ ਬੱਚਿਆਂ ਨੂੰ ਵੀ ਸਮਝਾਈਦਾ ਹੈ ਤੁਹਾਡਿਆਂ ਬੱਚਿਆਂ ਨੂੰ ਵੀ ਅਸੀਂ ਇਹ ਮੋਬਾਈਲ ਤੇ ਜਿਹੜਾ ਸਾਡਾ ਮਕਸਦ ਹੈ ਨਾ ਗੱਲ ਕਰਨ ਦਾ ਉਹ ਇਹ ਹੀ ਹੈ ਹਾਂਜੀ ਕਿ ਬੱਚੇ ਚੁੱਪ ਕਰਕੇ ਤਾਲੀਮ ਕਰਦੇ ਰਹਿਣ ਕੋਈ ਕਿਸੇ ਕੋਲ ਨਾ ਬੈਣ ਘਰ ਆਉਣ ਜਾਣ ਮਾਂ ਪਿਓ ਦੇ ਆਖੇ ਲੱਗਣ ਇੱਕ ਦਿਨ ਉਹਨਾਂ ਦਾ ਮੁਸਤਕਬਲ ਬਹੁਤ ਅੱਛਾ ਹੋ ਜਾਂਦਾ ਹੈ ਜੀ ਜੀ ਬਹੁਤ ਅੱਛੇ ਲੋਕ ਰਿਸ਼ਤਾ ਦੇ ਦਿੰਦੇ ਨੇ ਅੱਛੇ ਲੋਕ ਉਹ ਨਹੀਂ ਹੁੰਦੇ ਵੀ ਜਿਨ੍ਹਾਂ ਕੋਲ ਪੈਸਾ ਆ ਗਿਆ ਹੈ ਜਾਂ ਉਹ ਕੋਈ ਅਹੁਦੇ ਲੱਗ ਗਿਆ ਹੈ ਕੋਈ ਦਿਓ ਅੱਛੇ ਹੋ ਗਏ ਨਹੀਂ ਜੀ ਖਾਨਦਾਨ ਵੇਖਣਾ ਹੁੰਦਾ ਹੈ ਠੀਕ ਹੈ ਖਾਨਦਾਨ ਦੀ ਵਿਰਸਾ ਹੁੰਦੀ ਹੈ ਖਾਨਦਾਨ ਜਿਹੜਾ ਹੈ ਉਹ ਖੁੱਲੇ ਦਿਲ ਦਾ ਹੁੰਦਾ ਹੈ ਉਹ ਬਹੂਠੀ ਆਵੇ ਵੀ ਤੇ ਉਹ ਸਾਰਿਆਂ ਦਿਓਰਿਆਂ ਨਾਲ ਵੀ ਪਿਆਰ ਕਰੇਗੀ ਭਰਜਾਈਆਂ ਨਾਲ ਵੀ ਇੱਕ ਜਿਹੜੇ ਹੁੰਦੇ ਨੇ ਉਹ ਆਪਣੇ ਮੀਆਂ ਲੈ ਕੇ ਕੋਠੇ 'ਚ ਵੜ ਜਾਵੇਗੀ ਉਹ ਭੈੜੀ ਨਸਲ ਦੇ ਉਹ ਹੁੰਦੇ। ਬੈੜੀ ਨਸਲ ਦੀ ਹੁੰਦੀ ਹੈ ਵੀ ਮੀਆਂ ਤੇਰੇ ਕੋਲ ਹੀ ਰਹਿਣਾ ਹੈ ਹਾਂਜੀ ਹੈ ਤੂੰ ਤੇ ਇੰਜ ਹੀ ਰਹਿ ਵੀ ਜਿਵੇਂ ਤੇਰਾ ਵਿਆਹ ਹੀ ਨਹੀਂ ਹੋਇਆ ਤੈਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇੱਕ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਜੀ ਮੇਰੀ ਹਾਂ। ਸ਼ਾਦੀ ਹੋਈ ਹੈ ਮੈਂ ਮਹਿਸੂਸ ਨਾ ਕਰਾਵਾਂ ਬਿਲਕੁਲ ਮੈਂ ਜ਼ਿਆਦਾ ਬੈਠਾ ਰਵਾਂ ਬਾਹਰ ਗੱਪਾਂ ਬੇਲੀਆਂ ਕੋਲ ਬੈਠਾ ਰਵਾਂ ਹਾਂਜੀ। ਇੱਕ ਇੱਕ ਬੰਦੇ ਨੇ ਸ਼ਾਮ ਤੋਂ ਪਿੱਛੇ ਹੀ ਉਹ ਆਪਣੇ ਜੀ ਤੇ ਬੱਚੇ ਉਹ ਲੈ ਕੇ ਅੰਦਰ ਵੜ ਜਾਂਦੇ ਅੰਦਰ ਵੜ ਜਾਣਾ ਦੂਜੇ ਹਾਂਜੀ। ਖਸਮਾਂ ਦਾ ਸਿਰ ਦੂਜੇ ਖਸਮਾਂ ਦਾ ਸਿਰ ਇਸ ਵਾਸਤੇ ਇਨਸਾਨ ਨੂੰ ਚਾਹੀਦਾ ਹੈ ਕਿ ਬੰਦੇ ਮਹਿਮਾਨ ਨਵਾਜ਼ੀ ਕਰੇ ਜੀ ਜੀ ਮਹਿਮਾਨ ਨਾਲ ਪਿਆਰ ਕਰੇ ਇਹ ਚੀਜ਼ਾਂ ਦੁਨੀਆ ਦੀਆਂ ਨੇ ਇਹ ਅੱਲਾ ਦਿੰਦਾ ਹੈ ਹਰ ਇੱਕ ਨੂੰ ਦਿੰਦਾ ਹੈ ਬਿਲਕੁਲ ਮਹਿਮਾਨ ਤੁਸੀਂ- ਅੱਲਾ ਦੀ ਰਹਿਮਤ ਹੈ। ਹਾਂ ਜੀ ਤੁਸੀਂ ਆ ਵੇਖੇ ਨਹੀਂ ਇੱਕ ਬੜਿਆ ਵੀ ਕੁਝ ਆ ਉਹ ਸ਼ੀਸ਼ੇ ਦੇ ਅੱਗੇ ਖਲੋਵੇਗਾ ਤੇ ਉਹ ਇੰਜ ਇੰਜ ਹੀ ਕਰਦਾ ਰਹੇਗਾ ਹਾਂਜੀ ਮੈਂ ਬੜਾ ਸੋਹਣਾ ਵਾਂ। ਮੈਂ ਬੜਾ ਸੋਹਣਾ ਵਾਂ ਹਰ ਬੰਦੇ ਨੂੰ ਹੀ ਸ਼ੀਸ਼ਾ ਪਸੰਦ ਹੈ ਹਰ ਪਸੰਦ ਬੰਦੇ ਹੀ ਖੁਸ਼ ਹੈ ਬਿਲਕੁਲ ਅੱਲਾਹ ਪਾਕ ਨੇ ਕਿਸੇ ਨੂੰ ਇੰਜ ਬਣਾਇਆ ਹੀ ਨਹੀਂ ਬਿਲकुल हर वो- चीज हर जगह ते कोई भी चीज ही ਉਹਨੂੰ ਆਪਣੀ ਆਪਣੀ ਜਗ੍ਹਾ ਤੇ ਬੜਾ ਖੂਬਸੂਰਤ ਬਣਾਇਆ ਖੂਬਸੂਰਤ ਬਣਾਇਆ ਹੈ ਤੇ ਇਸ ਵਾਸਤੇ ਅਸੀਂ ਇਹ ਤੁਹਾਨੂੰ ਤਬਲੀਗ ਕਰਦੇ ਰਹਿੰਦੇ ਹਾਂ ਤੇ ਬੱਚਿਆਂ ਨੂੰ ਜਿਹੜਾ ਹੈ ਨਾ ਮੋਟਰਸਾਈਕਲਾਂ ਤੇ ਜਿਹੜੇ 16 ਸਾਲਾਂ ਦਾ 10 ਸਾਲਾਂ ਦਾ ਬੱਚਾ ਹੈ ਜੀ ਉਹ ਜ਼ਿਆਦਾ ਮੋਟਰਸਾਈਕਲ ਤੇ ਦੂਰ ਲਿਜਾਣਾ ਜਾਂ ਉਹਨੂੰ ਮੋਟਰਸਾਈਕਲ ਦੇਣਾ ਉਹਨੂੰ ਕੀ ਪਤਾ ਹੈ ਉਸ ਤੇ ਰੇਸ ਦੇਣੀ ਹੈ ਤੇ ਸਕੂਟਰ ਦੇ ਉੱਤੇ ਬੈਠੇ ਹੈ ਪਤਾ ਹੀ ਨਹੀਂ ਲੱਗਦਾ ਵੀ ਮੇਰੀ ਸਪੀਡ ਕਿੰਨੀ ਹੈ ਬੜਾ ਜੁਰਮ ਹੈ ਜੀ ਹਾਂ 18 ਸਾਲ ਤੋਂ ਕਮ ਬੱਚੇ ਨੂੰ ਮੋਟਰਸਾਈਕਲ ਦੇਣਾ ਜਾਂ ਚਲਾਉਣ ਵਾਸਤੇ ਚਲਾਉਣ ਵਾਸਤੇ। ਕਹਿਣਾ ਬੜਾ ਜੁਰਮ ਹੈ ਬੜਾ ਜੁਰਮ ਮੁੜ ਤੁਸੀਂ ਵੇਖੋ ਤੁਹਾਡੇ ਕੋਲੋਂ ਮੋਟਰਸਾਈਕਲ ਗੁਜ਼ਰੇਗਾ ਤੁਹਾਨੂੰ ਸਪੀਡ ਦਾ ਪਤਾ ਲੱਗੇਗਾ ਹਾਂਜੀ ਉਹ ਉਹਨੂੰ ਕੋਈ ਨਹੀਂ ਪਤਾ ਬਿਲਕੁਲ ਇਸ ਤਰੀਕੇ ਕਿ ਮੈਂ ਇੰਨੀ ਸਪੀਡ 'ਚ ਜਾ ਰਿਹਾ ਬਿਲकुल ਇਸ ਤਰੀਕੇ ਉਹ ਅੱਗੂ ਭਾਵੇਂ ਤੁਸੀਂ ਆ ਰਹੇ ਹੋ ਕਿਤੇ ਆਪਣੇ ਖੇਤੀਬਾੜੀ ਕਰਕੇ ਥੱਕੇ ਤੇ ਉਹ ਤੁਹਾਨੂੰ ਪੈ ਜਾਵੇ ਹਾਂਜੀ ਭਾਵੇਂ ਉਹਦਾ ਜਾਨ ਹੋ ਜਾਵੇ ਉਹ ਵੀ ਸਾਡੇ ਪਾਕਿਸਤਾਨ ਦੀ ਜਾਨ ਹੈ ਬਿਲकुल ਤੇ ਮੁੜ ਤੁਸੀਂ ਬੱਚਿਆਂ ਨੂੰ ਅਵਾਰਾ ਮੇਲਿਆਂ ਤੇ ਜਾ ਰਹੇ ਨੇ ਬੱਚਿਆਂ ਨੂੰ ਮੋਟਰਸਾਈਕਲ ਦੇ ਦੇਣਾ ਹੈ ਉਹਨੇ ਟੋਪੀ ਪੁੱਠੀ ਪਾਈ ਹੈ ਉਹ ਇੱਕ ਦਿਨ ਨਾ ਇੱਕ ਬੱਚਾ ਡਿੱਗ ਪਿਆ ਨਾ ਅੱਛਾ ਤੇ ਉਹ ਬੇਟਾ ਚੁਗਾਇਦਾ ਪਿਆ ਸੀ ਬੰਦਾ ਤੇ ਉਹ ਭੱਜ ਕੇ ਤੇ ਉਹਦਾ ਮੂੰਹ ਸਿੱਧਾ ਕੀਤਾ ਅੱਛਾ ਉਹ ਬੱਚਾ ਫੌਤ ਹੋ ਗਿਆ ਠੀਕ ਹੈ ਉਸ ਆਖਿਆ ਵੀ ਭਾਈ ਤੂੰ ਨਸਦਾ ਆਇਆ ਤੂੰ ਨਹੀਂ ਵੇਖਿਆ ਬੱਚਾ ਫੌਤ ਹੋ ਗਿਆ ਤੂੰ ਆਇਆ ਸੈ ਤੇ ਕੀ ਉਸ ਆਖਿਆ ਵੀ ਬੱਚਾ ਪਹਿਲੇ ਤੜਫਦਾ ਪਿਆ ਸੀ ਜਦੋਂ ਮੈਂ ਉਹਦਾ ਮੂੰਹ ਧੌਣ ਸਿੱਧੀ ਕੀਤੀ ਹੈ ਨਾ ਜੀ। ਉਦੋਂ ਬੱਚਾ ਫੌਤ ਹੋ ਗਿਆ ਓਏ ਉਹਨਾਂ ਆਖਿਆ ਉਹ ਟੋਪੀ ਪੁੱਠੇ ਪਾਸੇ ਉਹਨੇ ਪਾਈ ਸੀ ਨਾ ਤੇ ਉਹਦੇ ਦਿਲ ਸੀ ਮੂੰਹ ਇੱਧਰ ਉਹਨੇ ਸਹੀ ਗੱਲ ਕੀਤੀ ਉਹਨੇ ਸਹੀ ਗੱਲ ਉਹਨੇ ਆਖਿਆ ਵੀ ਮੁੰਡੇ ਨੇ ਟੋਪੀ ਪਾਈ ਸੀ ਤੇ ਮੈਂ ਕਿਹਾ ਵੀ ਧੌਣ ਪੁੱਠੀ ਹੋਈ ਹੈ ਮੁੰਡਾ ਤਰਫ ਕੇ ਨਾ ਮਾਰ ਆਹ ਜਾ ਟੋਪੀ ਥੱਲੇ ਨੂੰ ਟੋਪੀ ਥੱਲੇ ਨੂੰ ਸੀ ਲੇਕਿਨ ਹਾਲਾਂਕਿ ਮੂੰਹ ਉਹਦਾ ਸਿੱਧਾ ਸੀ ਮੂੰਹ ਸਿੱਧਾ ਉਸ ਆਖਿਆ ਜਦੋਂ ਦੀ ਮੈਂ ਧੌਣ ਸਿੱਧੀ ਕੀਤੀ ਹੈ ਨਾ ਉਦੋਂ ਦਾ ਮੁੰਡਾ ਨਹੀਂ ਫਿਰ ਆਇਆ ਉਹਦਾ ਮੂੰਹ ਥੱਲੇ ਨੂੰ ਹੋ ਗਿਆ ਜੀ। ਉਹਦਾ ਮੂੰਹ ਥੱਲੇ ਨੂੰ ਹੋ ਗਿਆ ਹਾਂ